ਧੰਨ ਵਾਹਿਗੁਰੂ ਸਾਹਿਬ ਜੀ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਧੰਨ ਵਾਹਿਗੁਰੂ ਸਾਹਿਬ ਜੀ। ਸਨਮਾਨਯੋਗ ਗੁਰੂ ਪਿਆਰ ਵਾਲੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਪਾਰ ਕਿਰਪਾ ਕਰਕੇ ਸਾਨੂੰ ਜੀਵਾਂ ਨੂੰ ਆਪਣੀ ਵਡਿਆਈ ਕਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਇਹ ਵਾਹਿਗੁਰੂ ਜੀ ਦਾ ਬਹੁਤ ਵੱਡਾ ਸਾਡੇ ਤੇ ਤਰਸਿਆ। ਜੇ ਅਸੀਂ ਇਸ ਜੀਵਨ, ਇਸ ਮਨੁੱਖਾ ਜੀਵਨ ਦੇ ਰਾਹੀਂ ਪ੍ਰਭੂ ਪਿਆਰ ਦੇ ਵਿੱਚ ਜੁੜ ਮਿਲ ਕੇ ਵਾਹਿਗੁਰੂ ਦੀ ਵਡਿਆਈ ਨੂੰ ਕਰਕੇ ਹਿਰਦੇ ਵਿੱਚ ਵਸਾ ਲਈਏ ਤੇ ਪਾਤਸ਼ਾਹ ਜੀ ਦੇ ਪਾਵਨ ਬਚਨ ਹਨ, ਵੱਡ ਭਾਗੀ ਤਿਹ ਜਨ ਕਉ ਜਾਨੋ, ਜੋ ਹਰਿ ਕੇ ਗੁਣ ਗਾਵੇ। ਜਿਹੜਾ ਰੱਬ ਦੀ ਵਡਿਆਈ ਕਰਦਾ ਹੈ ਉਹ ਵੱਡਿਆਂ ਭਾਗਾਂ ਵਾਲਾ ਹੈ। ਆਪਾਂ ਸਤਿਗੁਰੂ ਜੀ ਦੇ ਪਾਵਨ ਬਚਨਾਂ ਨੂੰ ਪੜ੍ਹਿਆ ਹੈ, ਸਰਵਣ ਕੀਤਾ ਹੈ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਸਾਹਿਬ ਗੁਰੂ ਨਾਨਕ ਸਾਹਿਬ ਜੀ ਆਪਣੇ ਪਾਵਨ ਬਚਨਾਂ ਦੇ ਰਾਹੀਂ ਸਾਡੇ ਜੀਵਾਂ ਦੀ ਕਲਿਆਣ ਕਰਨ ਵਾਸਤੇ ਰੱਬ ਦੇ ਦਰ ਤੇ, ਪਰਮਾਤਮਾ ਦੇ ਦਰ ਤੇ ਸਾਡੇ ਜੀਵਨ ਨੂੰ ਪ੍ਰਵਾਨਗੀ ਦਿਵਾਉਣ ਵਾਸਤੇ ਇੱਕ ਬੜਾ ਸੁੰਦਰ ਬਚਨ, ਜਿਹੜਾ ਆਪਾਂ ਹੁਣੇ ਹੀ ਸਿਮਰਨ ਦੇ ਰੂਪ ਵਿੱਚ ਜਪਿਆ ਹੈ, ਇਹ ਬਚਨ ਦੇ ਰਾਹੀਂ ਸਾਨੂੰ ਉਪਦੇਸ਼ ਕਰ ਰਹੇ ਨੇ ਕਿ ਤੈਨੂੰ ਮਨੁੱਖ ਉਸ ਸੱਚੇ ਰੱਬ ਦੇ ਦਰ ਦੇ ਉੱਤੇ ਪ੍ਰਵਾਨਗੀ ਮਿਲ ਸਕਦੀ ਹੈ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਉਸ ਸੱਚੇ ਰੱਬ ਦੇ ਦਰ ਦੇ ਉੱਤੇ ਤੇਰੇ ਕੀਤੇ ਹੋਏ ਕਰਮਾਂ ਦੀ ਵਿਚਾਰ ਹੋਣੀ ਆ। ਬਹੁਤਾ ਹੀ ਚੰਗਾ ਇਹ ਹੋ ਜਾਵੇਗਾ ਜੇ ਤੂੰ ਆਪਣੇ ਕਰਮਾਂ ਨੂੰ ਰੱਬ ਦੇ ਦਰ ਤੇ ਪ੍ਰਵਾਨਗੀ ਲੈਣ ਤੋਂ ਪਹਿਲਾਂ ਖੁਦ ਆਪ ਵਿਚਾਰ ਕਰੇ ਕਿ ਮੇਰੇ ਇਸ ਜੀਵਨ ਚੱਲਦੇ ਦੇ ਵਿੱਚ ਜਿਹੜੇ ਮੈਂ ਜਾਣੇ ਅਣਜਾਣੇ ਦੇ ਵਿੱਚ ਬੁਰੇ ਕਰਮ ਕੀਤੇ ਐ, ਉਹਨਾਂ ਦੀ ਮੈਂ ਮਾਫੀ ਮੰਗ ਲਵਾਂ। ਮੇਰੇ ਪਾਤਸ਼ਾਹ ਜੀ ਦੇ ਬਚਨ ਨੇ ਕਿ ਹੇ ਜੀਵ, ਤੇਰੇ ਕੀਤੇ ਇਸ ਸੰਸਾਰ ਦੇ ਵਿੱਚ ਕਰਮ ਜਿਹੜੇ ਨੇ, ਉਹਨਾਂ ਦੀ ਵਿਚਾਰ ਸੱਚੇ ਰੱਬ ਦੇ ਦਰ ਤੇ ਹੋਣੀ ਹੈ। ਭਲਾ ਇਹ ਆ ਤੇਰੇ ਵਾਸਤੇ ਕਿ ਤੂੰ ਆਪਣੇ ਜੀਵਨ ਨੂੰ ਹੁਣੇ ਹੀ ਵਿਚਾਰਨਾ ਸ਼ੁਰੂ ਕਰ ਦਿੱਤੇ। ਤੈਨੂੰ ਉੱਥੇ ਜਾ ਕੇ ਕਿਤੇ ਸ਼ਰਮਿੰਦਗੀ ਨਾ ਆਵੇ ਕਿ ਤੇਰੇ ਪੱਲੇ ਪੁੰਨ ਕੋਈ ਨਾ ਹੋਵੇ ਤੇ ਸਾਰੇ ਬੁਰੇ ਕਰਮ ਹੋਣ। ਬਿਨਾਂ ਚੰਗੇ ਪੁੰਨਾਂ ਤੋਂ, ਬਿਨਾਂ ਚੰਗੇ ਕੀਤੇ ਕਰਮਾਂ ਤੋਂ ਤੈਨੂੰ ਸੱਚਾ ਆਪ ਸੱਚਾ ਦਰਬਾਰ ਜਿਹੜਾ ਹੈ ਨਾ, ਉਸ ਵਾਹਿਗੁਰੂ ਦੇ ਦਰ ਤੇ ਪ੍ਰਵਾਨਗੀ ਨਹੀਂ ਮਿਲਣੀ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਉੱਥੇ ਤੇਰੇ ਕਰਮਾਂ ਦੀ ਵਿਚਾਰ ਕੀਤੀ ਜਾਣੀ ਹੈ। ਤੂੰ ਆਪਣੇ ਕੀਤੇ ਕਰਮਾਂ ਦੀ ਵਿਚਾਰ ਰੋਜ਼ ਕਰਿਆ ਕਰ। ਵਿਚਾਰਿਆ ਕਰ ਕਿ ਮੈਂ ਅੱਜ ਕਿੰਨਾ ਝੂਠ ਬੋਲਿਆ ਹੈ, ਕਿੰਨਾ ਸੰਸਾਰ ਦੇ ਜੀਵਾਂ ਨੂੰ ਮੈਂ ਲੁੱਟਿਆ ਹੈ, ਕਿੰਨਾ ਸੰਸਾਰ ਦੇ ਜੀਵਾਂ ਨਾਲ ਮੈਂ ਧੋਖਾ ਕੀਤਾ ਹੈ। ਜੇ ਆਪਣੇ ਕੀਤੇ ਕਰਮਾਂ ਦੀ ਰੋਜ਼ ਹੀ ਤੂੰ ਵਿਚਾਰ ਕਰਿਆ ਕਰੇ ਤੇ ਤੇਰੇ ਮਨ ਦੇ ਅੰਦਰ ਗੁਰੂ ਦੇ ਚਰਨਾਂ ਵਿੱਚ ਪੈ ਕੇ ਮਾਫੀ ਮੰਗਣ ਵਾਲਾ ਇਹ ਖਿਆਲ
ਪੈਦਾ ਹੋ ਜਾਵੇਗਾ, ਤੂੰ ਉਸ ਚੰਗੇ ਖਿਆਲ ਦਾ ਮਾਲਕ ਬਣ ਕੇ ਗੁਰੂ ਦੇ ਚਰਨਾਂ ਦੇ ਵਿੱਚ ਮਾਫੀ ਮੰਗ ਲਵੇਂਗਾ। ਜਿੰਨੇ ਸੰਸਾਰ ਦੇ ਅੰਦਰ ਆਪਣੇ ਕਰਮਾਂ ਦੀ ਵਿਚਾਰ ਕਰਨ ਲੱਗ ਗਏ ਨੇ ਤੇ ਕਰਕੇ ਵਿਚਾਰੇ ਆਏ ਤੇ ਉਹ ਗੁਰੂ ਦੀ ਸ਼ਰਨ ਵਿੱਚ ਪੈ ਗਏ ਨੇ ਤੇ ਗੁਰੂ ਨੇ ਉਹਨਾਂ ਨੂੰ ਕੀਤੇ ਕਰਮਾਂ ਦੀ ਮਾਫੀ ਦੇਤੀ ਆ। ਰੱਬ ਦੇ ਦਰ ਦੇ ਉੱਤੇ ਮੁਆਫੀ ਦੀ ਜਗ੍ਹਾ ਹੈਗੀ ਆ, ਤੂੰ ਵੀ ਮਾਫੀ ਮੰਗ ਲਾ। ਜੋ ਸ਼ਰਨ ਆਵੇ ਤਿਸ ਕੰਠ ਲਾਵੈ, ਇਹੋ ਬਿਰਦ ਸੁਆਮੀ ਸੰਦਾ। ਵਾਹਿਗੁਰੂ ਦਾ ਬੜਾ ਦਿਆਲੂ ਸੁਭਾਅ ਏ। ਆਪਣੇ ਇਸ ਸੁਭਾਅ ਦੁਆਰਾ ਜਿਹੜਾ ਉਹਦੀ ਸ਼ਰਨ ਵਿੱਚ ਆ ਜਾਂਦਾ ਹੈ, ਉਹਨੂੰ ਉਹਦੇ ਕੀਤੇ ਬੁਰੇ ਕਰਮਾਂ ਦੀ ਮਾਫੀ ਮਿਲ ਜਾਂਦੀ ਹੈ। ਤੂੰ ਆਪਣੇ ਕਰਮਾਂ ਦੀ ਵਿਚਾਰ ਕਰਿਆ ਕਰ, ਤੈਨੂੰ ਕੀਤੇ ਹੋਏ ਕੋ ਕਰਮਾਂ ਦੀ ਮਾਫੀ ਰੱਬ ਦੇ ਦਰ ਤੋਂ ਹੁਣ ਮਿਲ ਸਕਦੀ ਹੈ। ਜੇ ਹੁਣ ਤੂੰ ਮਾਫੀ ਇਸ ਸਮੇਂ ਇਸ ਜੀਵਨ ਸਰੀਰ ਦੇ ਹੁੰਦਿਆਂ ਕੀਤੇ ਗੁਨਾਹਾਂ ਦੀ ਮਾਫੀ ਨਾ ਮੰਗੀ ਤੇ ਤੈਨੂੰ ਰੱਬ ਦੇ ਦਰ ਤੇ ਪ੍ਰਵਾਨਗੀ ਨਹੀਂ ਮਿਲਣੀ। ਪਾਤਸ਼ਾਹ ਜੀ ਦੇ ਬੋਲ ਨੇ, ਅੱਗੇ ਗਏ ਨਾ ਮੰਨੀਅਨ, ਮਾਰ ਕੱਢੋ ਵੇ ਪੀਰ। ਇਹਨਾਂ ਰੱਬ ਦੇ ਪਿਆਰ ਨੂੰ ਭੁਲਾ ਕੇ ਜੀਵਾਂ ਨੇ ਧੋਖੇ ਕੀਤੇ ਨੇ, ਧਰਮਰਾਜੇ ਨੇ ਇਹਨਾਂ ਨੂੰ ਆਖਣਾ ਇਹਨਾਂ ਨੂੰ ਮਾਰ ਦਿਓ ਤੇ ਇਹਨਾਂ ਨੂੰ ਨਰਕਾਂ ਵਿੱਚ ਸੁੱਟ ਦਿਓ, ਫਿਰ ਤੇਰਾ ਜੀਵਨ ਜਮ ਜਮ ਮਰੈ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ। ਫਿਰ ਵੱਡੀ ਸਜ਼ਾ ਦੇ ਅਧੀਨ ਹੋ ਕੇ ਤੂੰ ਦੁੱਖ ਪਾਵੇਂਗਾ। ਹੁਣ ਸੁਭਾਗ ਹੈ, ਗੁਰੂ ਦੇ ਵਚਨਾਂ ਨੂੰ ਵਿਚਾਰਿਆ ਕਰ, ਵਿਚਾਰ ਕੇ ਆਪਣੇ ਕੀਤੇ ਬੁਰੇ ਕਰਮਾਂ ਦੀ ਵਿਚਾਰ ਕਰਿਆ ਕਰ ਕਿ ਤੈਨੂੰ ਰੱਬ ਦੇ ਦਰ ਤੇ ਪ੍ਰਵਾਨਗੀ ਮਿਲ ਜਾਵੇਗੀ। ਜੇ ਤੂੰ ਆਪਣੇ ਜੀਵਨ ਵਿੱਚ ਕੀਤੇ ਕਰਮਾਂ ਦੀ ਵਿਚਾਰ ਨਾ ਕੀਤੀ ਤੇ ਤੂੰ ਭਲਾ ਪੁਰਸ਼ ਨਹੀਂ ਬਣ ਸਕੇਗਾ ਤੇ ਤੈਨੂੰ ਭਲਿਆ ਰੱਬ ਦੇ ਦਰ ਦੇ ਉੱਤੇ ਪ੍ਰਵਾਨਗੀ ਨਹੀਂ ਮਿਲਣੀ। ਪ੍ਰਵਾਨਗੀ ਲੈਣੀ ਆ ਤੇ ਗੁਰੂ ਅੱਗੇ ਅਰਦਾਸ ਕਰ, ਸਤਿਗੁਰੂ ਜੀ ਮਿਹਰ ਕਰੋ, ਮੇਰੇ ਮਾੜੇ ਕਰਮਾਂ ਦੀ ਮੈਨੂੰ ਮਾਫੀ ਦੇ ਦਿਓ। ਆਓ ਆਪਾਂ ਗੁਰੂ ਦੇ ਚਰਨਾਂ ਵਿੱਚ ਡਿੱਗ ਕੇ ਆਪਣੇ ਕਰਮਾਂ ਦੀ ਵਿਚਾਰ ਕਰੀਏ। ਗੁਰੂ ਬਹੁਤ ਦਿਆਲੂ ਹੈ, ਬੜੀਆਂ ਰਹਿਮਤਾਂ ਦਾ ਮਾਲਕ ਹੈ, ਬੜੇ ਬੜੇ ਮਹਾਂਪਾਪੀਆਂ ਨੂੰ ਉਹਨੇ ਬਖਸ਼ ਦਿੱਤਾ ਹੈ, ਉਹ ਸਾਨੂੰ ਵੀ ਜ਼ਰੂਰ ਬਖਸ਼ ਦੇਵੇਗਾ, ਮਾਫੀ ਮਿਲ ਜਾਵੇਗੀ ਗੁਰੂ ਦੇ ਦਰ ਤੋਂ। ਆਪਾਂ ਆਪਣੇ ਕੀਤੇ ਪਿਛਲੇ ਕਰਮਾਂ ਦਾ ਧਿਆਨ ਦੇਈਏ, ਉਧਰ ਕਿ ਅਸੀਂ ਕੀ ਕੀਤਾ ਹੈ ਹੁਣ ਤੱਕ ਤੇ ਹੁਣ ਕੀ ਕਰ ਰਹੇ ਹਾਂ ਤੇ ਇਹਦੋਂ ਅੱਗੇ ਕੀ ਕਰਨਾ ਹੈ। ਮਾਫੀ ਮੰਗ ਲਈਏ। ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਗੁਰੂ ਕਿਰਪਾ ਕਰੇ ਸਾਨੂੰ ਉਹਦੇ ਦਰ ਦੇ ਉੱਤੇ ਪ੍ਰਵਾਨਗੀ ਮਿਲ ਜਾਵੇ।